क्यों ये डिसीजन लिया ते नाल नाल किहड़े काम अजिहे नहीं होए इस कम्यूनिटी दे विच जिहड़े तुसीं करना चाहुंदे। हरेक उम्मीदवार तो 3 सवाल पूछे जाणगे अते हर सवाल दा जवाब देण लई 2 मिनट दा समा होवेगा। Want to leave their seat, or they got double pensions, they got union pensions, they got government pensions. पर नैक्सट ਜਿਹੜਾ ਹੈਗਾ ਆ ਪਲੇਟਫਾਰਮ ਜਿਹੜਾ ਹੋਏਗਾ ਉਹ ਆਏਗਾ ਕਿੰਗ ਜੋਰਜ ਦੇ ਉੱਤੇ। ਉਹਦੇ ਵਾਸਤੇ ਮੈਂ ਪੂਰੇ ਜ਼ੋਰ ਸ਼ੋਰ ਦੇ ਨਾਲ ਜ਼ੋਰ ਲਾਵਾਂਗੇ। They are proposing a 4 days work, 4-day work for everyone. ਇਹ ਤੁਹਾਡਾ ਪਲਾਨ ਵਰਕਆਊਟ ਕਿਵੇਂ ਕਰੇਗਾ? ਕੋਈ ਤੁਹਾਡੇ ਕੋਲੇ ਪੁਖਤਾ ਪਲਾਨ ਹੈ ਜਿਹੜਾ ਲੋਕਾਂ ਨੂੰ ਦੱਸਿਆ ਜਾ ਸਕੇ ਕਿ 4 ਦਿਨ ਕੰਮ ਕਰੋ ਤੁਸੀਂ ਕਿਸ਼ਤਾਂ ਤਾਰ ਸਕਦੇ ਹੋ? ਚੋਣਾਂ ਦੇ ਮੱਦੇਨਜ਼ਰ ਅੱਜ ਸਰੀ ਦੇ ਹਲਕਾ ਉਮੀਦਵਾਰਾਂ ਦੀ ਡਿਬੇਟ ਕਰਵਾਈ ਜਾ ਰਹੀ ਹੈ। ਮੰਚ ਦਾ ਸੰਚਾਲਨ ਦਵਿੰਦਰ ਸਿੰਘ ਪੈਨੀਪਾਲ ਅਤੇ ਮੈਂ अर्शदीप बट्टू करेंगे। FYI मीडिया ग्रुप चैनल से प्रसारण होने वाली BC प्रोविंस चोणां 2020 बारे डिबेट दीआं कुछ शर्तां हन। उम्मीदवारां नूं 2 मिनट दी TVC नाल रूबरू करवाया जावेगा। मंच संचालकां दे वल्लों हरेक उम्मीदवार तो 3 सवाल पूछे जाणगे अते हर सवाल दा जवाब देण लई 2 मिनट दा समा होवेगा। इस तो बाद फेस ऑफ राउंड विच मौजूद उम्मीदवार एक दूजे तो एक सवाल पूछ सकते हैं जिस दा जवाब देण लई 2 मिनट दा समा होवेगा। संचालकां वल्लों एक कॉमन सवाल किया जाएगा जिस दा जवाब देण लई हर उम्मीदवार नूं 1 मिनट दा समा मिलेगा ते आखिर विच वोट अपील जां अपने वल्लों कुछ शब्द कहण लई 2 मिनट दा समा हरेक उम्मीदवार नूं मिलेगा ते उत्तर देण लई समा उम्मीदवारां कोल जवाब देण लई हर राउंड विच ज्यादा तो ज्यादा 2 मिनट दा वक्त होवेगा ਅਤੇ ਜਦੋਂ 15 ਸੈਕਿੰਡ ਰਹਿ ਜਾਣਗੇ ਤਾਂ ਅਲਰਟ ਬਜ਼ਰ ਵੱਜੇਗਾ ਅਤੇ ਉਸ ਤੋਂ ਬਾਅਦ ਨਿਰਧਾਰਿਤ ਸਮੇਂ ਤੇ ਫਾਈਨਲ ਬਜ਼ਰ ਵੱਜੇਗਾ। ਹਰ ਉਮੀਦਵਾਰ ਨੂੰ ਦਿੱਤੇ ਗਏ ਸਮੇਂ ਵਿੱਚ ਹੀ ਆਪਣਾ ਜਵਾਬ ਦੇਣਾ ਹੋਵੇਗਾ। ਸਮਾਂ ਪੂਰਾ ਹੋਣ ਤੇ ਮਾਈਕ ਆਪਣੇ ਆਪ ਬੰਦ ਹੋ ਜਾਵੇਗਾ। ਧਿਆਨ ਰੱਖਣ ਯੋਗ ਨਿਯਮ ਵੀ ਹਨ ਕਿ ਚਰਚਾ ਦੇ ਦੌਰਾਨ ਉਮੀਦਵਾਰ ਸਟੂਡੀਓ ਵਿੱਚ ਆਪਣੀ ਜਗ੍ਹਾ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਭੇਜ ਸਕਦਾ ਅਤੇ ਨਾ ਹੀ ਕੋਈ ਉਮੀਦਵਾਰ ਸਾਥੀ ਸਟੂਡੀਓ ਵਿੱਚ ਹੋ ਸਕਦਾ ਹੈ। डिबेट दौरान अपने मोबाइल फोन बंद रखने होंगे। नुमाइंदे डिबेट दौरान मंदी भाषा का इस्तेमाल नहीं कर सकते। इतराज योग शब्दावली जां माड़ा वतीरा करन ते माइक बंद कर दिते जाणगे। उम्मीदवार अंग्रेजी हिंदी जां पंजाबी विच गल कर सकते हैं। FYI मीडिया कोल अपने हर चैनल ते इस डिबेट का सीधा जां रिकॉर्डेड प्रसारण करन दा हक है। ਸਰੀ ਨਿਊਟਨ ਦੇ ਤਿੰਨੋਂ ਹੀ ਉਮੀਦਵਾਰਾਂ ਦਾ ਹਾਰਦਿਕ ਸਵਾਗਤ ਹੈ। ਇਸ ਵਕਤ ਸਾਡੇ ਨਾਲ ਗ੍ਰੀਨ ਪਾਰਟੀ ਤੋਂ, NDP ਪਾਰਟੀ ਤੋਂ ਅਤੇ ਲਿਬਰਲ ਪਾਰਟੀ ਦੇ ਤਿੰਨੋਂ ਹੀ ਉਮੀਦਵਾਰ ਸਾਂਝਾ ਸਟੂਡੀਓ ਦੇ ਆ ਚੁੱਕੇ ਨੇ। ਤੁਹਾਡਾ ਸਾਰਿਆਂ ਦਾ ਸਵਾਗਤ ਤੇ ਇਸਤਕਬਾਲ। ਤੇ ਅੱਜ ਦੀ ਇਸ ਡਿਬੇਟ ਦਾ ਅਸੀਂ ਆਗਾਜ਼ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾ ਸਵਾਲ ਕੀਤਾ ਜਾਏਗਾ ਹੈਰੀ ਬੈਂਸ ਸਾਹਿਬ ਨੂੰ, ਜਿਹੜੇ NDP ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਨੇ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਪਿਛਲੀ ਲੋਕਲ ਜਦੋਂ ਚੋਣ ਹੋਈ ਉਸ ਦੇ ਵਿੱਚ LRT ਵਰਸਸ ਸਕਾਈ ਟ੍ਰੇਨ ਦਾ ਮੁੱਦਾ ਵੱਡਾ ਮੁੱਦਾ ਬਣ ਕੇ ਉਭਰਿਆ। ਉਹਦੇ ਤੋਂ ਬਾਅਦ ਤੁਹਾਡੇ ਹਲਕੇ ਦੇ ਵਿੱਚ ਜਾਣ ਵਾਲੀ ਸਕਾਈ ਟ੍ਰੇਨ ਨੂੰ ਮੋੜ ਕੇ ਰੱਦ ਕਰਕੇ ਲਹਿੰਗਲੀ ਵਾਲੇ ਪਾਸੇ ਨੂੰ ਮੋੜ ਦਿੱਤੀ ਗਈ। ਜਿਹੜੇ ਤੁਹਾਡੇ ਹਲਕੇ ਦੇ ਲੋਕ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਤੁਹਾਨੂੰ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਇਸ ਦੀ ਵਕਾਲਤ ਕੀਤੀ ਜਾਂ ਨਾ। ਤੇ ਦੂਸਰੀ ਗੱਲ ਇਹ ਕਿ ਹੁਣ ਤੱਕ ਉਹ ਕਿਹੜੇ ਮੁੱਦੇ ਨੇ ਜਿਹੜੇ ਇੱਕ ਵਾਰੀ ਫੇਰ ਤੁਸੀਂ ਲੋਕ ਕਚਹਿਰੀ ਵਿੱਚੋਂ ਕਿ ਅਸੀਂ ਉਹਨਾਂ ਨੂੰ ਅੱਗੇ ਲਿਜਾ ਕੇ ਪੂਰਾ ਕਰਨਾ ਚਾਹੁੰਦੇ ਹਾਂ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਂਝਾ TV ਤੇ ਬਾਕੀ ਤੁਸੀਂ ਸਾਰੇ ਜਿਹੜੇ ਹੋਸਟ ਹੋ, ਕਿਉਂਕਿ ਡੈਮੋਕ੍ਰੇਸੀ ਇੱਦਾਂ ਹੀ ਚੱਲਦੀ ਆ। ਜੇ ਤੁਸੀਂ ਸਾਰੇ ਵੱਖ-ਵੱਖ ਜਿਹੜੇ ਕੈਂਡੀਡੇਟਸ ਹੈਗੇ ਆ, ਵੱਖਰੀਆਂ ਪਾਰਟੀਆਂ ਦੇ ਆਪੋ ਆਪਣੇ ਵਿਚਾਰ ਦੱਸਦੇ ਆ, ਕਿਹੜਾ ਉਹਨਾਂ ਦਾ ਪਲੇਟਫਾਰਮ ਹੈਗਾ, ਤਾਂ ਕਿ ਲੋਕੀ ਫਿਰ ਲਰਨ ਡਿਸੀਜਨ ਬਣਾ ਸਕਣ ਬੇਸਡ ਔਨ ਦੀ ਇਨਫੋਰਮੇਸ਼ਨ that is provided। ਸੋ ਇਸ ਵਾਸਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਧੰਨਵਾਦੀ ਹਾਂ ਮੇਰੇ ਸਾਰੇ ਜਿਹੜੇ ਕੰਸਟੀਚੂਐਂਟਸ ਹੈਗੇ ਜਿਨ੍ਹਾਂ ਨੇ ਮੈਨੂੰ 15 ਸਾਲ ਤੋਂ ਕਾਫੀ ਕਾਨਫੀਡੈਂਸ ਮੇਰੇ ਸ਼ੋਅ ਕੀਤਾ ਅਤੇ ਮੈਨੂੰ ਸਪੋਰਟ ਕੀਤੀ ਔਰ ਜਿਹੜੇ ਇਸ਼ੂ ਉਹਨਾਂ ਦੇ ਸੀਗੇ ਉਹਨਾਂ ਨੂੰ ਪ੍ਰਮੋਟ ਕਰਨ ਵਿੱਚ ਵੀ ਮੇਰੀ ਮਦਦ ਕਰਦੇ ਰਹੇ। ਆਨੇ ਆ ਤੁਹਾਡੇ ਜਿਹੜੇ ਸਵਾਲ ਦੋ ਹੈਗੇ ਆ, ਇੱਕ ਤਾਂ ਸਕਾਈ ਟ੍ਰੇਨ ਵਰਸਸ LRT ਦਾ ਜਿਹੜਾ ਮੁੱਦਾ ਕਾਫੀ ਭਖਿਆ ਹੈ। ਅਤੇ ਤੁਹਾਨੂੰ ਪਤਾ ਪ੍ਰੋਬਲਮ ਇਹ ਆ ਗਈ ਸੀ ਕਿ ਪਿਛਲੇ ਤਕਰੀਬਨ 10 ਸਾਲ ਤੋਂ ਇਹ ਕੰਮ ਚੱਲ ਰਿਹਾ ਸੀ। ਅਸੀਂ ਪੁਸ਼ ਕਰ ਰਹੇ ਸੀ ਕਿ ਸਾਨੂੰ ਐਕਸਟੈਂਸ਼ਨ ਚਾਹੀਦੀ ਆ ਸਰੀ ਵੱਲ ਨੂੰ, ਕਿਉਂਕਿ ਕਿੰਗ ਜੋਰਜ 'ਤੇ ਰੁਕੀ ਹੋਈ ਸੀ। ਸਰੀ ਸਭ ਤੋਂ ਛੇਤੀ ਵੱਧ ਰਿਹਾ, ਵਨ ਆਫ ਦਾ ਫਾਸਟੈਸਟ ਗਰੋਇੰਗ ਕਮਿਊਨਿਟੀ ਹੈਗੀ ਆ। ਸੋ ਪਹਿਲੀ ਸਰਕਾਰ ਬਜਾਏ ਕਿ ਲੀਡਰਸ਼ਿਪ ਸ਼ੋਅ ਕਰਨ ਦੇ, ਉਹਨਾਂ ਨੇ ਸਾਰਾ ਕੁਝ ਛੱਡ ਕੇ ਕਹਿੰਦੇ ਸੀ ਅਸੀਂ ਤਾਂ ਰੈਫਰੈਂਡਮ ਕਰਾਵਾਂਗੇ ਇੱਥੇ ਵੀ ਤੁਸੀਂ ਵਾਧੂ ਪੈਸੇ ਪੇ ਕਰਨੇ ਆ ਜੇ ਤੁਸੀਂ ਚਾਹੁੰਦੇ ਹੋ ਐਕਸਟੈਂਸ਼ਨ ਵਾਸਤੇ।
ਤੇ ਬਾਕੀ ਕਿਤੇ ਇਹੋ ਜਿਹਾ ਰੈਫਰੈਂਡਮ ਨਹੀਂ ਹੋਇਆ, ਸਿਰਫ ਸਰੀ ਵਿੱਚ ਹੀ ਹੋਇਆ। ਆਫ ਕੋਰਸ ਸਰੀ ਦੇ ਲੋਕਾਂ ਨੇ ਉਹਨੂੰ ਰਿਜੈਕਟ ਕਰ ਦਿੱਤਾ ਤੇ ਅੱਜ 5-6 ਸਾਲ ਉਹ ਕੰਮ ਪਿੱਛੇ ਪੈ ਗਿਆ। ਅਸੀਂ ਜਦੋਂ ਆਏ ਸੀ ਕਿਹਾ ਵੀ ਬਾਕੀ ਸਰਕਾਰਾਂ 1/3 ਪੇ ਕਰਦੀਆਂ, ਅਸੀਂ 40% ਪੇ ਕਰਾਂਗੇ ਆਪਣਾ ਹਿੱਸਾ ਪ੍ਰੋਵਿੰਸ਼ਲ ਸਰਕਾਰ ਦਾ, 40% ਫੈਡਰਲ ਸਰਕਾਰ ਤੋਂ ਵੀ ਮਨਜ਼ੂਰ ਕਰਵਾ ਲਿਆ ਔਰ ਕਿੰਗ ਜੋਰਜ ਤੇ ਜਿਹੜੀ ਲਾਈਨ ਬਣਨੀ ਸੀ ਉਹਨੂੰ ਮਨਜ਼ੂਰੀ ਦੇ ਦਿੱਤੀ। ਇਹ ਠੀਕ ਆ। ਜਦੋਂ ਸਾਡੇ ਨਵੇਂ ਮੇਅਰ ਤੇ ਨਵੀਂ ਕੌਂਸਲ ਆਈ ਉਹਨਾਂ ਡਿਸਾਈਡ ਕੀਤਾ ਕਿ ਉਹਨਾਂ ਦਾ ਮੁੱਦਾ ਇਹ ਸੀਗਾ ਕਿ ਅਸੀਂ ਸਕਾਈ ਟ੍ਰੇਨ ਲੈਂਗਲੀ ਨੂੰ ਲੈ ਕੇ ਜਾਣੀ ਆ। ਉਹ ਕਹਿੰਦੇ ਅਸੀਂ ਲੈਂਗਲੀ ਨੂੰ ਲੈ ਕੇ ਜਾਣੀ, ਬਾਕੀ ਮੇਅਰਸ ਕੌਂਸਲ ਨੇ ਵੀ ਉਹਨੂੰ ਮਨਜ਼ੂਰੀ ਦੇ ਦਿੱਤੀ। ਅਸੀਂ ਕਿਹਾ ਠੀਕ ਆ, ਜੇ ਤੁਹਾਡਾ ਇਸ ਪਾਸੇ ਨੂੰ ਹੈਗਾ ਅਸੀਂ ਫਿਰ ਉਹਨੂੰ ਵੀ ਉਹੀ ਪੈਸੇ ਅਸੀਂ ਉਧਰ ਦੇ ਦਿੱਤੇ। ਹੁਣ ਅਸੀਂ ਹੋਰ ਪੈਸੇ ਦੇ ਕੇ 1.5 ਬਿਲੀਅਨ ਹੋਰ ਲਾ ਕੇ ਉਹ ਲੈਂਗਲੀ ਤੱਕ ਫੁੱਲ ਜਾਵੇਗੀ। ਪਰ ਨੈਕਸਟ ਜਿਹੜਾ ਹੈਗਾ ਆ ਪਲੇਟਫਾਰਮ ਜਿਹੜਾ ਹੋਏਗਾ ਉਹ ਆਏਗਾ ਕਿੰਗ ਜੋਰਜ ਦੇ ਉੱਤੇ। ਉਹਦੇ ਵਾਸਤੇ ਮੈਂ ਪੂਰੇ ਜ਼ੋਰ ਸ਼ੋਰ ਦੇ ਨਾਲ ਜ਼ੋਰ ਲਾਵਾਂਗਾ ਕਿ ਇੱਧਰ ਜ਼ਰੂਰੀ ਚਾਹੀਦੀ ਕਿਉਂਕਿ ਇੱਧਰ ਪਾਪੂਲੇਸ਼ਨ ਬਹੁਤ ਹੈ। Thank you. So my next question is to Mr. Paul. So Mr. Paul, as we all know that you born and brought up in Surrey in this community, you know this community really very well. ਹੁਣ ਜੇ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਹਾਡਾ ਪੋਲਿਟਿਕਸ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੈਗਾ। ਸੋ ਤੁਸੀਂ ਇਸ ਪਾਰਟੀ ਦੇ ਵੱਲੋਂ ਲਿਬਰਲ ਪਾਰਟੀ ਦੇ ਵੱਲੋਂ ਪਹਿਲਾਂ ਲੜਨ ਦਾ ਜਿਹੜਾ ਰਨ ਕਰਨ ਦਾ ਕਿਉਂ ਇਹ ਡਿਸੀਜਨ ਲਿਆ ਤੇ ਨਾਲ ਨਾਲ ਕਿਹੜੇ ਕੰਮ ਅਜਿਹੇ ਨਹੀਂ ਹੋਏ ਇਸ ਕਮਿਊਨਿਟੀ ਦੇ ਵਿੱਚ ਜਿਹੜੇ ਤੁਸੀਂ ਕਰਨਾ ਚਾਹੁੰਦੇ? Well, that's a very good question. First of all, thank you to Sanja TV and thank you, Sat Sri Akal, to the viewers. And the main reason why I stepped forward is I've been in this community, like you said, I've been born and raised in this community. So when my parents nu puchla, tusi sara kuch India chhad ke Punjab to tusi idhar aaya, like why did you come here? Why did you bring, like, you know, have the family here? And they said that they want to give us a better opportunity. Now, you know what, I'm grown up now, I have my own kids now, and so I want to be able to, you know, like you said, Harry Baines has been here for 15 years. His son went to school with me. He's grown up. He also has his own kids, beautiful family. You know, he's put in the work already, and I think that you know, like my parents, they said they want us to move forward. They want us to now set our, you know, stamp on the community. So how are we going to move forward if the previous generation doesn't want to leave their seat, or, you know, they got double pensions, they got union pensions, they got government pensions, they're almost 70 years old. You know what, like, it's our turn now. It's time for some new ideas. I want to do what you did for your kids. Now it's time to do it for my kids. The main reason why I stepped forward, everything was fine. You know, COVID caste, you know, we had to, you know, really, you know, spend a lot of time with the family, and we were worried about what's going on with the kids' future, with the school. With that is also safety has been a main issue in Surrey Newton. So I've always had a hard time in the last few years, you know, sleeping at night because you hear of all the violence. You know, I'm scared to let my kids play, you know, outside. When me and Harry Baines' son, who's a friend of mine, used to go play out hockey in the streets, they didn't know where we are. We just knew, ਜਦੋਂ ਲਾਈਟਾਂ ਆ ਗਿਆ, street lights came on, ਰੋਟੀ ਦਾ time ਆ, go inside. ਕੋਈ ਫਿਕਰ ਨਹੀਂ. I want to get back to that way. ਥੈਂਕ ਯੂ ਪਾਲ। ਥੈਂਕ ਯੂ ਸੋ ਮਚ। ਮਿਸਟਰ ਅਸਦ, ਅਗਲਾ ਸਵਾਲ ਤੁਹਾਡੇ ਵਾਸਤੇ ਇਹ ਹੈ ਕਿ ਪਿਛਲੀ 3 ਸਾਲ ਦੀ ਜਿਹੜੀ ਸਰਕਾਰ ਚੱਲੀ ਉਹ ਵੀ ਗ੍ਰੀਨ ਪਾਰਟੀ ਦੇ ਸਹਿਯੋਗ ਨਾਲ ਐਨਡੀਪੀ ਪਾਰਟੀ ਨੇ ਚਲਾਈ। ਅਚਨਚੇਤ ਹੁਣ ਇਹ ਡਿਊਰਿੰਗ ਦਾ ਗਲੋਬਲ ਪੈਂਡੈਮਿਕ ਚੋਣਾਂ ਦਾ ਐਲਾਨ ਕਰਨਾ ਪੈ ਗਿਆ। ਹਾਲੇ ਵੀ ਕੁਝ ਨਹੀਂ ਪਤਾ ਕਿ ਫਿਊਚਰ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਹੈ ਜਾਂ ਮਾਈਨੋਰਿਟੀ ਗਵਰਨਮੈਂਟ ਫੇਰ ਫਾਰਮ ਕਰਨੀ ਪੈਂਦੀ ਹੈ। ਜੇ ਇਸੇ ਤਰ੍ਹਾਂ ਦਾ ਫੇਰ ਸਿਨੈਰੀਓ ਸਾਹਮਣੇ ਆਉਂਦਾ ਹੈ, ਕਿਉਂਕਿ ਪਿਛਲਾ ਤਜਰਬਾ ਤੁਸੀਂ ਐਨਡੀਪੀ ਨਾਲ ਕਰਕੇ ਵੇਖ ਲਿਆ, 4 ਸਾਲ ਚੱਲ ਨਹੀਂ ਸਕੇ, ਕੀ ਲਿਬਰਲ ਵੱਲ ਆਓਗੇ, ਦੁਬਾਰਾ ਐਨਡੀਪੀ ਨੂੰ ਫੇਰ ਪਰਖਣਾ ਚਾਹੋਗੇ? ਤੁਹਾਡੀ ਪਾਰਟੀ ਦਾ ਪਲੇਟਫਾਰਮ ਕੀ ਕਹਿੰਦਾ ਜੀ? ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਜੀ, ਸਾਂਝਾ ਪੰਜਾਬ ਦਾ ਸ਼ੁਕਰੀਆ, ਤੀਰਥ ਭਾਈ ਜੀ ਦਾ ਸ਼ੁਕਰੀਆ, ਇਹ ਸਾਨੂੰ ਉਹ ਮੌਕਾ ਦਿੱਤਾ ਹੈ ਸਾਡੇ ਖਿਆਲਾਤ ਸ਼ੋਅ ਕਰਨੇ ਦਾ। ਤੁਹਾਡਾ ਕੁਐਸਚਨ ਬੜਾ ਇੰਪੋਰਟੈਂਟ ਹੈ ਔਰ ਇੰਟਰਸਟਿੰਗ ਵੀ ਹੈ। तो ਇਹ ਕਾਫੀ ਪੁੱਛਿਆ ਜਾ ਰਿਹਾ ਹੈ ਮੈਨੂੰ ਕਿ 3 ਸਾਲ ਤੁਸੀਂ ਆਜ਼ਮਾਇਆ ਐਨਡੀਪੀ ਗਵਰਨਮੈਂਟ ਨੂੰ, ਹੁਣ ਫਿਊਚਰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਐਨਡੀਪੀ ਨੇ ਸਾਡੇ ਨਾਲ ਇਹ ਚੰਗਾ ਨਹੀਂ ਕੀਤਾ ਗ੍ਰੀਨ ਪਾਰਟੀ ਦੇ ਨਾਲ। ਇਹ ਜੋ ਪ੍ਰੋਮਿਸ ਸੀ, रिटन प्रॉमिस सी कि 4 साल से पहले इलेक्शन अनाउंस नहीं होंगे, ये पैक चलेगा 4 साल तक। लेकिन दिस इज पॉलिटिक्स, और पॉलिटिक्स में कोई हर्ट नहीं होता। पीपल सी द अपॉर्चुनिटी, एंड दिस टाइम आई थिंक द एनडीपी सी अपॉर्चुनिटी that they can get rid of Green Party because their ratings are high at this point. So maybe they can win election and they can come into the majority.
उसके पीछे एक behind philosophy ये है कि they want to do few things, like they want to push that line, LNG line. They want to push the dam site C projects and few other things where Green Party is standing in front of them to stop that. So they have pressure, I guess, to complete those projects or few other things which they want to complete, and Green Party is not allowing them. So that's what I think they decided to announce the election. This is very cruel decision for the voters, for us. There's no humanity in it. We are in trouble. They are putting us in the politics. So it's a bad decision. It will hurt them, I'm sure. ਤੁਹਾਨੂੰ 15 ਸੈਕਿੰਡ ਦਾ ਸਮਾਂ ਹੋਰ ਦਿੱਤਾ ਜਾ ਸਕਦਾ ਹੈ ਕਿਉਂਕਿ ਸਵਾਲ ਦਾ ਜਵਾਬ ਸੀ ਕਿ ਤੁਸੀਂ ਕੀ ਕਰੋਗੇ ਜੇਕਰ ਦੁਬਾਰਾ ਮਿਨੋਰਟੀ ਗਵਰਨਮੈਂਟ ਆਉਂਦੀ ਹੈ। ਅੱਛਾ, ਲਿਬਰਲ ਨਾਲ ਜਾਣਾ ਹੈ ਜਾਂ ਫਿਰ ਐਨਡੀਪੀ ਪਰ ਖੋਣਾ। Okay, thank you very much. This will be the decision of the party leadership, and because this is the only thing which I feel we were betrayed. So in my opinion, personally, if my choice, my vote will be for NDP still. ਥੈਂਕ ਯੂ। ਥੈਂਕ ਯੂ ਸੋ ਮਚ। ਸੋ ਮਾਈ ਨੈਕਸਟ ਕੁਐਸਚਨ ਟੂ ਮਿਸਟਰ ਬੇਂਸ। ਮਿਸਟਰ ਬੇਂਸ, ਜਿੱਦਾਂ ਸਾਨੂੰ ਪਤਾ ਹੈਗਾ ਕਿ ਹੁਣ ਅਸੀਂ ਮਿਡਲ ਆਫ ਪੈਂਡੈਮਿਕ ਹੈਗੇ, ਹੁਣ ਪੈਂਡੈਮਿਕ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ ਨੇ, ਚਾਹੇ ਕਮਿਊਨਿਟੀ ਦੇ ਵਿੱਚ ਜਾਂ ਅਸੀਂ ਇਕਨੋਮੀ ਦੀ ਗੱਲ ਕਰੀਏ ਤਾਂ ਇਕਨੋਮੀ ਦੇ ਵਿੱਚ ਜੌਬਸ ਬੈਕ ਆ ਰਹੀਆਂ ਨੇ, ਪਰ ਫਿਰ ਵੀ ਲੋਕ ਘਰਾਂ ਦੇ ਵਿੱਚ ਜੌਬਲੈਸ ਬੈਠੇ ਹੋਏ ਨੇ। ਹੁਣ ਉਹਨਾਂ ਦੀਆਂ ਨੌਕਰੀਆਂ ਕਿਸ ਤਰ੍ਹਾਂ ਆਉਣਗੀਆਂ? ਲੇਬਰ ਮਿਨਿਸਟਰ ਰਹਿ ਚੁੱਕੇ ਹੈਗੇ ਆ ਤੁਸੀਂ ਨੇੜੇ ਤੋਂ ਵਰਕਰਸ ਨੂੰ ਦੇਖਿਆ, ਉਹਨਾਂ ਦੇ ਜਿਹੜੇ ਇਸ਼ੂ ਆ ਰਹੇ ਆ ਉਹਨਾਂ ਨੂੰ ਦੇਖਿਆ ਹੈਗਾ ਆ। ਹੁਣ ਆਲਰੇਡੀ ਡੈਫਿਸਿਟ ਦੇ ਵਿੱਚ BC ਜਾ ਰਿਹਾ ਹੈਗਾ, ਲਾਈਕ ਅਦਰ ਪ੍ਰੋਵਿੰਸਸ, ਲਾਈਕ ਅਦਰ ਵਰਲਡ, ਸਾਰੇ ਵਰਲਡ ਦੇ ਤਰ੍ਹਾਂ ਅਸੀਂ ਵੀ ਡੈਫਿਸਿਟ ਦੇ ਵਿੱਚ ਹੈਗੇ, ਪਰ ਹੁਣ ਰਿਕਵਰੀ ਪਲਾਨ ਕੀ ਹੋਊਗਾ? ਇਹ ਸਭ ਤੋਂ ਅਸੀਂ ਉੱਭਰ ਕੇ ਬਾਹਰ ਕਿਵੇਂ ਆਵਾਂਗੇ? ਸੋ ਦੇਖੋ, ਕੋਵਿਡ ਨੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਇੱਦਾਂ ਇੱਕ ਵਾਰੀ ਸਾਡੇ 'ਤੇ ਮਾਰ ਪਾਈ ਜਿਹਦਾ ਬਿਲਕੁਲ ਅਨਐਕਸਪੈਕਟਡ ਸੀਗਾ। ਕਿਸੇ ਨੂੰ ਕੁਛ ਨਹੀਂ ਸੀ ਪਤਾ ਵੀ ਕੀ ਹੋ ਸਕਦਾ, ਔਰ ਉਹ ਗੱਲਾਂ ਹੋਈਆਂ ਜਿਹੜੀਆਂ ਆਪਾਂ ਐਕਸਪੈਕਟ ਨਹੀਂ ਸੀ ਕਰ ਸਕਦੇ। ਜੌਬ ਜਾਂਦੀਆਂ ਲੱਗੀਆਂ, ਲੋਕੀ ਘਰਾਂ 'ਚ ਬੈਠ ਗਏ, ਬਿਜ਼ਨਸ ਬੰਦ ਹੋਏ ਆ। ਅਸੀਂ ਸਭ ਤੋਂ ਪਹਿਲਾਂ ਇਹ ਕੀਤਾ ਵਾ $5 ਬਿਲੀਅਨ ਦਾ ਪੈਕੇਜ ਲਿਆਂਦਾ ਤਾਂ ਕਿ ਅਸੀਂ ਫੈਮਲੀਜ਼ ਨੂੰ ਪੈਸੇ ਜਿਹੜਿਆਂ ਦੇ ਕੰਮ ਜਾਂਦੇ ਲੱਗੇ ਉਹਨਾਂ ਨੂੰ ਰਾਈਟ ਵੀ ਮਿਲ ਜਾਣ, ਬਿਜ਼ਨਸ ਨੂੰ ਅਸੀਂ ਸਪੋਰਟ ਕਰ ਸਕੀਏ ਤਾਂ ਕਿ ਉਹ ਜਿਹਦਾ ਬੇਸ ਸਬਸਿਡੀ ਫੈਡਰਲ ਗਵਰਨਮੈਂਟ ਦੇ ਨਾਲ ਰਲ ਕੇ, ਅਤੇ ਬਾਕੀ ਪ੍ਰਾਪਰਟੀ ਟੈਕਸ ਜਿਹੜੇ ਹੈਗੇ 25% ਘਟਾਏ ਉਹਨਾਂ ਦੇ, ਤਾਂ ਕਿ ਬਿਜ਼ਨਸ ਜਿਹੜੇ ਚੱਲ ਸਕਦੇ ਚੱਲਦੇ ਰਹਿਣ ਅਤੇ ਦੂਜਿਆਂ ਨੂੰ ਜਿਹੜਾ ਬੇਸ ਸਬਸਿਡੀ ਨਾਲ ਉਹਨਾਂ ਦੇ ਕੰਮ ਚੱਲਦੇ ਰਹਿਣ। ਉਹ ਕੰਮ ਸ਼ੁਰੂ ਕੀਤਾ। ਫਿਰ $1.6 ਬਿਲੀਅਨ ਰੱਖਿਆ ਸੀਗਾ ਜਿਹੜਾ ਇਕਨੋਮਿਕ ਰਿਕਵਰੀ ਵਾਸਤੇ। ਉਹਦੇ ਵਿੱਚ ਵੀ $300 ਮਿਲੀਅਨ ਫॉर ਐਗਜ਼ਾਮਪਲ ਆਪਾਂ ਰੱਖਿਆ ਸਮਾਲ ਅਤੇ ਮੀਡੀਅਮ ਸਾਈਜ਼ ਬਿਜ਼ਨਸ ਵਾਸਤੇ, ਤਾਂ ਕਿ ਉਹਨਾਂ ਨੂੰ ਆਪਾਂ ਇੱਥੋਂ ਲੈ ਕੇ ਅੱਗੇ ਤੱਕ ਜਦੋਂ ਤਾਈਂ ਪੈਂਡੈਮਿਕ ਨਹੀਂ ਚੱਲਦਾ ਉਦੋਂ ਤਾਈਂ ਆਪਣੀ ਵੈਕਸੀਨ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਉਹਨਾਂ ਨੂੰ ਚਾਲੂ ਕਰ ਰੱਖੀਏ। ਸੋ ਪਰ ਸਾਰੇ ਮਾਹਰ ਜਿਹੜੇ ਆ ਨਾ ਇਕੋਨਮਿਸਟ ਕਹਿੰਦੇ ਕਿਉਂਕਿ ਸਾਡੀ ਇਕੋਨਮੀ ਇੰਨੀ ਸਟਰੋਂਗ ਸੀ ਕੋਵਿਡ ਤੋਂ ਪਹਿਲਾਂ, ਸਾਡਾ ਸਭ ਤੋਂ ਲੋਐਸਟ ਅਨਪਲਾਇਮੈਂਟ ਸੀ, ਸਾਡੀ ਬੈਸਟ ਇਕੋਨਮੀ ਸੀ, ਬੈਸਟ ਜੌਬ ਗਰੋਥ ਸੀ, ਸਾਡੀ ਬੈਸਟ ਜਿਹੜੀ ਸੀਗੀ ਰੇਟਿੰਗ ਸੀਗੀ ਇੰਟਰਨੈਸ਼ਨਲ ਰੇਟਿੰਗ ਦੇ ਵਿੱਚ। ਉਹ ਕਹਿੰਦੇ ਸਾਡੀ ਇਕੋਨਮੀ ਸਭ ਤੋਂ ਛੇਤੀ ਰਿਕਵਰ ਹੋਏਗੀ, ਔਰ ਆਪਣੇ ਸਾਹਮਣੇ ਦਿਸ ਰਿਹਾ ਪਿਛਲੇ ਮਹੀਨੇ ਦੇ ਵਿੱਚ 54,000 ਨਵੀਂ ਜੌਬ ਆਈ ਆ, 70% ਉਹਨਾਂ ਵਿੱਚੋਂ ਫੁੱਲ ਟਾਈਮ ਜੌਬਸ ਹੈਗੀ ਆ, ਔਰ ਅਨਪਲਾਇਮੈਂਟ 13% ਤੋਂ ਘੱਟ ਕੇ 8% 'ਤੇ ਆ ਗਿਆ। ਸੋ ਮਤਲਬ ਅਸੀਂ ਚੰਗੇ ਪਾਸੇ ਨੂੰ ਤੁਰ ਪਏ ਹਾਂ ਆਲਰੇਡੀ, ਔਰ ਇਹ ਹੈਗੀ ਆ ਰਿਸਪੌਂਸੀਬਲ ਪਲਾਨ, ਨਾ ਕਿ ਜਿਸ ਤਰ੍ਹਾਂ BC ਲਿਬਰਲ ਕਹਿੰਦੇ ਆ ਅਸੀਂ PST ਠਾ ਦਾਂਗੇ ਇੱਕ ਸਾਲ, ਦੂਜੇ ਸਾਲ ਅੱਧੀ ਕਰ ਦਾਂਗੇ, ਨਾ $10 ਬਿਲੀਅਨ ਦਾ ਹੋਰ ਘਾਟਾ ਪਏਗਾ। ਉਹ ਕਿੱਥੋਂ ਪੈਸੇ ਆਉਣਗੇ? ਇਕਾਨਮੀ ਤਾਂ ਅੱਗੇ ਨਹੀਂ ਚੱਲਦੀ ਹੈਗੀ। ਸੋ ਆਈ ਥਿੰਕ ਜਿਹੜੀ ਇਹਨਾਂ ਦੀ ਪਲਾਨ ਹੈਗੀ ਆ ਟੋਟਲੀ ਉਹ ਉੱਪਰ ਵਾਲਿਆਂ ਨੂੰ 20% 10% ਵਾਲਿਆਂ ਨੂੰ, ਮਲਟੀਨੈਸ਼ਨਲ ਨੂੰ ਜਿੱਦਾਂ ਪਹਿਲਾਂ ਵੀ ਕਰਦੇ ਆਏ ਆ ਉਹਨਾਂ ਨੂੰ ਟੈਕਸ ਬ੍ਰੇਕ ਮਿਲਣਾ, ਥੱਲੇ ਵਾਲੇ ਜਿਹੜੇ ਆ ਉਹਨਾਂ ਨੂੰ ਕੁਛ ਨਹੀਂ ਮਿਲਣਾ ਹੈਗਾ, ਉਹਨਾਂ ਦੀਆਂ ਜੇਬਾਂ 'ਚੋਂ ਪੈਸੇ ਜਾਣੇ, ਫਿਰ ਸਰਵਿਸ ਕੱਟ ਹੋਣਗੀਆਂ, ਹੈਲਥ ਕੇਅਰ, ਐਜੂਕੇਸ਼ਨ ਜਿੱਦਾਂ ਇਹਨਾਂ ਨੇ ਪਹਿਲਾਂ 2001-2000 ਰੁਪਏ ਕੀਤਾ ਸੀਗਾ। ਸੋ ਆਈ ਥਿੰਕ ਇਹ ਜਿਹੜੀ ਗੱਲ ਹੈਗੀ ਆ ਸਾਡੀ ਰਿਕਵਰੀ ਪਲਾਨ ਜਿਹੜੀ ਬੜੀ ਵਧੀਆ ਸਮੂਥ ਚੱਲ ਰਹੀ ਆ, ਅਨਪਲਾਇਮੈਂਟ ਬਹੁਤ ਘੱਟ ਗਿਆ ਹੁਣ। ਮਿਸਟਰ ਬੋਪਾਰਾਏ, ਅਗਲਾ ਸਵਾਲ ਤੁਹਾਡੇ ਵਾਸਤੇ ਹੈ। ਜਿਸ ਤਰ੍ਹਾਂ ਮਿਸਟਰ ਬੈਂਸ ਪਹਿਲਾਂ ਦੱਸ ਰਹੇ ਸੀ ਕਿ ਸਰੀ ਦੇ ਲੋਕਾਂ ਦਾ ਮੈਂਡੇਟ ਸੀ ਕਿ LRT ਰੱਖਣੀ ਹੈ ਜਾਂ ਸਕਾਈ ਟ੍ਰੇਨ ਰੱਖਣੀ ਹੈ, ਇਸੇ ਤਰ੍ਹਾਂ ਪਿਛਲੀ ਮਿਊਨਿਸਪਲ ਇਲੈਕਸ਼ਨ ਦੇ ਵੇਲੇ RCMP ਵਰਸਸ ਲੋਕਲ ਪੁਲਿਸ ਦਾ ਮੁੱਦਾ ਵੱਡਾ ਮੁੱਦਾ ਸੀ। ਜਦੋਂ ਲੋਕ ਸਾਫ਼ ਤੌਰ ਤੇ ਮੈਂਡੇਟ ਉਸ ਦੇ ਹੱਕ ਵਿੱਚ ਦੇ ਚੁੱਕੇ ਨੇ, ਤੁਹਾਡੀ ਪਾਰਟੀ ਕਹਿੰਦੀ ਹੈ ਕਿ ਅਸੀਂ ਫਿਰ ਤੋਂ ਰੈਫਰੈਂਡਮ ਕਰਵਾਵਾਂਗੇ। ਇਹ ਦੱਸੋ ਰੈਫਰੈਂਡਮ ਕਿਹੋ ਜਿਹਾ ਹੋਏਗਾ, ਕਿਉਂ ਇਸ ਦੀ ਰੈਫਰੈਂਡਮ ਦੀ ਤੁਸੀਂ ਜ਼ਰੂਰਤ ਮਹਿਸੂਸ ਕਰ ਰਹੇ ਹੋ? I think that's a great question, and I think that's top of the mind for everybody in Surrey Newton. Everybody talks about the election when Doug McCallum got elected as the referendum for the policing, but there was a lot of other issues, like you said, with the LRT and SkyTrain. You know, they said they were going to put move forward with transportation.
nothing's been done. It's already been, 2 years since the election, and, one piece of track hasn't been laid. When it comes to the policing issue is, you know what, I'm in Surrey Newton, so I get one vote. We're not saying put your vote towards RCMP or put it towards Surrey Police. So as a citizen, as a resident of Surrey, I get my voice heard with one vote. So I can pick what I want to do, Surrey RCMP or the Surrey Police. In that case, when the election was happening, there was no clear costs analysis done at that time. It was a concept. So I'm in finance. I do, the mortgage business. I do all the investment business. But when a client goes to buy a house, you can everything looks nice on the outside. Paint is nice. You put an offer. You're like, this is a great community. I want to put my offer in. But after that, you have a time period to review. You get to look at the foundation, you get to do the inspection, and then after the fact, then you can decide, hey, do I still want to go forward with this? So if Doug McCallum and the City Council, they're so confident that everybody wants Surrey Police, then why don't they just do the vote? We've said we'll pay for it, the province will pay for it, and this is something that's going to affect us not for the 4 years or 8 years or 12 years, it's going to be 30, 40, 50 years. So why not really look into what people really want and evaluate all the costs and factors that go with it. If it gets delayed a bit, you know what? People in other countries are looking for choice, and we're saying we have too much choice. Thank you. Thank you. So my question to you, Mr. Syed, कि child care बहुत ਜ਼ਰੂਰੀ ਚੀਜ਼ ਹੈਗੀ ਹੈ ਸਾਡੇ ਲਈ ਕਿ ਚਾਈਲਡ ਕੇਅਰ ਨੂੰ ਜੇ ਅਸੀਂ ਗ੍ਰੀਨ ਪਾਰਟੀ ਦੀ ਪਲੇਟਫਾਰਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਜੇ ਅਸੀਂ ਫਾਰਮ ਕਰਦੇ ਹਾਂ ਗਵਰਨਮੈਂਟ ਜਾਂ ਅਸੀਂ ਅੱਗੇ ਆਉਂਦੇ ਹਾਂ ਤਾਂ ਚਾਈਲਡ ਕੇਅਰ ਫ੍ਰੀ ਕਰ ਦਿੱਤੀ ਜਾਊਗੀ ਹੁਣ ਚਾਈਲਡ ਕੇਅਰ ਫ੍ਰੀ ਕਰਨ ਦੇ ਨਾਲ ਕਿਸ ਤਰ੍ਹਾਂ ਇਹ ਵਰਕ ਕਰੇਗੀ ਕੀ ਪਲੇਟਫਾਰਮ ਪੂਰਾ ਕਹਿੰਦਾ ਹੈ I think अगर प्लान नसी देखो कल प्लेटफॉर्म अनाउंस किया है साड़ी पार्टी ने उसमें जड़ा फ्री दा ते से ज़्यादा उन्होंने अलाउंस ऑफर किया है कि अर्ली चाइल्ड केयर के लिए दे विल गिव $350 फॉर पर चाइल्ड और पर फैमिली और फॉर द हाउस स्टेइंग पेरेंट्स दे ऑफर्ड अराउंड $500 per month for child care. So basically free तो नहीं but NDP ने अनाउंस किया था $10 a day child care thing which they never fulfilled so far. It's not started, but Green Party offering 350 or 500 for the families for the child care, and that's really important for the families who is working, and early child care is really very important issue, and Green Party, you know, they keep people first, or they have the idea that when the people are happy, if they take care of their children and they raise the children better way, and the only parents can raise their children better instead of leaving them on some daycare system or somewhere. So we will do best. Another Green Party announced किया है कि they are proposing a 4-day work for everyone. So that's also with that mind that people will be happy. They will produce more once they are happy. So I'm sure. I mean, yeah, there's no free child care, but there is an allowance. Thank you so much. ਥੈਂਕ ਯੂ ਬੈਂਸ ਸਾਹਿਬ ਅਗਲਾ ਸਵਾਲ ਤੁਹਾਡੇ ਵਾਸਤੇ ਹੈ ਇਹ ਪਤਾ ਕਿ ਸਰੀ ਦੀ ਚਿਰੋਕਣੀ ਮੰਗ ਆ ਜਿਸ ਦਾ ਤੁਹਾਡੀ ਬੀਤੀ ਸਰਕਾਰ ਅਨਾਉਂਸਮੈਂਟ ਕਰ ਚੁੱਕੀ ਹੈ ਹਸਪਤਾਲ ਦੇ ਬਾਰੇ ਬਹੁਤ ਸਾਰੇ BC ਵਿੱਚ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਹੈ ਨਹੀਂ ਮਿਲ ਨਹੀਂ ਰਹੇ ਕੀ ਕਾਰਨ ਨੇ ਤੁਸੀਂ 15 ਸਾਲਾਂ ਤੋਂ MLA ਵੀ ਹੋ ਵਿਰੋਧੀ ਧਿਰ ਦੇ ਵਿੱਚ ਵੀ ਆਵਾਜ਼ ਉਠਾਉਂਦੇ ਰਹੇ ਹੋ ਤੇ ਹੁਣ ਸਰਕਾਰ ਦੇ ਵਿੱਚ ਤੁਸੀਂ ਕੈਬਨਿਟ ਦੇ ਵਿੱਚ ਵੀ ਸੀ ਐਲੋਪੈਥੀ ਦੇ ਨਾਲ ਨਾਲ ਕਈ ਹੋਰ ਵੀ ਨੈਚੁਰੋਪੈਥੀ ਹੈ ਹੋਮਿਓਪੈਥੀ ਹੈ ਉਹਨਾਂ ਨੂੰ ਕੇਅਰ ਕਾਰਡ ਦੇ ਅੰਡਰ ਕਿਉਂ ਨਹੀਂ ਲਿਆਂਦਾ ਜਾਂਦਾ ਤਾਂ ਕਿ ਇਸ ਸਿਸਟਮ ਦੇ ਉੱਤੋਂ ਵਜ਼ਨ ਘਟਾਇਆ ਜਾ ਸਕੇ ਤੇ ਦੂਸਰਾ ਬਹੁਤ ਸਾਰੇ ਲੋਕ ਨੇ ਬਹੁਤੀਆਂ ਬਿਮਾਰੀਆਂ ਦੀ ਜਿਹੜੀ ਜੜ ਹੈ ਉਹ ਦੰਦਾਂ ਦੀਆਂ ਬਿਮਾਰੀਆਂ ਨੇ ਬਹੁਤ ਸਾਰੇ ਲੋਕ ਉਹਨਾਂ ਕੋਲੇ ਇੰਨੀ ਇਨਕਮ ਨਹੀਂ ਉਹ ਇਲਾਜ ਨਹੀਂ ਕਰਵਾ ਪਾਉਂਦੇ ਕੀ ਇਹਦੇ ਬਾਬਤ ਤੁਹਾਡੀ ਸਰਕਾਰ ਜੇ ਤੁਸੀਂ ਦੁਬਾਰਾ ਫੋਰਮ ਕਰਦੇ ਹੋ ਕੁਝ ਸੋਚੇਗੀ ਜੀ ਆਈ ਥਿੰਕ ਤੁਸੀਂ ਦੋ ਤਿੰਨ ਸਵਾਲ ਇਹਦੇ ਵਿੱਚ ਹੈਗੇ ਬਹੁਤ ਸੋਹਣੀ ਗੱਲ ਆ ਹੈਲਥ ਕੇਅਰ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਆਪਾਂ ਕਹਿੰਦੇ ਇੱਕ ਸਾਡਾ ਇੱਕ ਕੀ ਹੈਗੀ ਆ ਚੀਜ਼ ਜਿਹਨੂੰ ਦੇਖ ਕੇ ਅਸੀਂ ਕੈਨੇਡਾ ਜਾਣਿਆ ਜਾਂਦਾ ਬ੍ਰਿਟਿਸ਼ ਕੋਲੰਬੀਆ ਜਾਣਿਆ ਜਾਂਦਾ ਜਿਹੜਾ ਸਾਡਾ ਯੂਨੀਵਰਸਲ ਹੈਲਥ ਕੇਅਰ ਹੈਗਾ
ਅਸੀਂ ਹਸਪਤਾਲ ਦੀ ਲੋੜ ਆ ਕਿਉਂਕਿ ਸਰੀ ਦਾ ਜਿਹੜੀ ਬਹੁਤ ਫਾਸਟੈਸਟ ਗਰੋਇੰਗ ਕਮਿਊਨਿਟੀ ਹੈਗੀ ਆ। ਅੱਜ ਹਸਪਤਾਲ ਸੈਕੰਡ ਨਹੀਂ ਹੈਗਾ ਕਰਕੇ BC ਲਿਬਰਲ ਨੇ ਸਾਨੂੰ ਇਗਨੋਰ ਹੀ ਕੀਤਾ ਪਿਛਲੇ 16 ਸਾਲ। ਪਰ ਫਿਰ ਵੀ ਜਦੋਂ ਅਸੀਂ 2005 ਵਿੱਚ ਜਿੱਤੇ ਜਗਰੂ ਪਹਿਲੀ ਵਾਰੀ ਅਸੀਂ ਆਏ ਆ, ਉਸ ਵੇਲੇ ਪ੍ਰੈਸ਼ਰ ਪਾਉਣਾ ਸ਼ੁਰੂ ਹੋਇਆ ਤਾਂ ਜਿਹੜੀ ਆ ਜਿਮ ਪੈਰਿਸਨ ਤੇ ਦੂਜੇ ਉਹਦੀ ਐਕਸਪੈਂਸ਼ਨ ਸ਼ੁਰੂ ਹੋਣੀ ਹੋਈ। ਉਸ ਤੋਂ ਬਾਅਦ ਅਸੀਂ ਫਿਰ ਜ਼ੋਰ ਲਾਉਂਦੇ ਰਹੇ ਆ, ਫਿਰ ਇਗਨੋਰ ਕਰਦੇ ਰਹੇ ਆ। ਅਖੀਰ ਨੂੰ ਹੁਣ ਜਦੋਂ ਸਾਡੀ ਸਰਕਾਰ ਬਣੀ ਅਸੀਂ ਸੈਕੰਡ ਹਸਪਤਾਲ ਬਣੇਗਾ, ਉਹਦੀ ਪਲਾਨ ਬਣ ਰਹੀ ਆ, ਉਹਦੀ ਠੇਕੇ ਵੀ ਦਿੱਤੇ ਜਾ ਚੁੱਕੇ ਆਲਰੇਡੀ। ਤੇ ਨਾਲ ਅਸੀਂ ਸੋਚਦੇ ਵੀ ਹਸਪਤਾਲ ਨੂੰ ਬਣਨ ਨੂੰ ਕਾਫੀ ਦੇਰ ਲੱਗ ਜਾਂਦੀ ਆ, 2-3 ਸਾਲ ਹਸਪਤਾਲ ਨਹੀਂ ਬਣ ਜਾਂਦਾ। ਉਹਨੂੰ ਬਣਨਾ ਉਹ ਤੋਂ ਪਹਿਲਾਂ ਅਸੀਂ ਕਿਉਂਕਿ ਲੋਕਾਂ ਨੂੰ ਲੋੜ ਹੋਣਾ, ਅਸੀਂ 2 ਅਰਜੈਂਟ ਕੇਅਰ ਸੈਂਟਰ ਖੋਲ੍ਹ ਦਿੱਤੇ। ਇੱਕ ਰਾਈਟ ਇੱਥੇ ਨਿਊਟਨ ਦੇ ਵਿੱਚ ਹੈਗਾ ਤਾਂ ਕਿ ਤੁਸੀਂ ਲੌਂਗ ਆਵਰਸ ਜੋ ਖੁੱਲ੍ਹੇ ਹੈਗੇ, ਜੇ ਤੁਹਾਡੇ ਕੋਲ ਆਪਣਾ ਡਾਕਟਰ ਹੈ ਨਹੀਂ, ਉੱਥੇ ਪ੍ਰਾਇਮਰੀ ਕੇਅਰ ਵੀ ਤੁਹਾਨੂੰ ਮਿਲਦੀ ਆ। ਜੇ ਤੁਹਾਨੂੰ ਵੀਕਐਂਡ ਨੂੰ ਲੋੜ ਪੈਂਦੀ ਆ ਨਾਨ ਐਮਰਜੈਂਸੀ ਸਿਚੁਏਸ਼ਨ ਦੀ, ਤੁਸੀਂ ਉੱਥੇ ਜਾ ਕੇ ਇਲਾਜ ਕਰਕੇ ਆਪਣੇ ਘਰ 'ਚ ਆ ਸਕਦੇ ਹੋ। ਉਹ ਸ਼ੁਰੂ ਹੋ ਗਿਆ। ਤਕਰੀਬ ਇਹੋ ਜਿਹਾ 15-16 ਸਾਰੇ ਸੂਬੇ ਦੇ ਵਿੱਚ ਖੋਲ੍ਹ ਦਿੱਤੇ ਆ। 14 ਨਵੇਂ ਹਸਪਤਾਲ ਆਉਣ ਦੀ ਜਿਹੜੀ ਅਨਾਊਂਸਮੈਂਟ ਹੋ ਚੁੱਕੀ ਆ ਸਾਰੇ ਸੂਬੇ ਦੇ ਵਿੱਚ। ਜਿਹੜੀ ਆ ਤੁਸੀਂ ਕਹਿੰਦੇ ਆਲਟਰਨੇਟ ਜਿਹੜੀ ਆ ਮੈਡੀਸਨ ਹੈਗੀ ਆ, ਉਹਦੇ ਉੱਤੇ ਕੁਛ ਕੰਮ ਤਾਂ ਆਲਰੇਡੀ ਹੋ ਗਿਆ। ਆਪਾਂ ਨੂੰ ਪਤਾ ਹੋਣਾ ਵੀ ਕਈ ਚੀਜ਼ਾਂ ਕਵਰ ਹੈਗੀਆਂ, ਬਹੁਤੀਆਂ ਨਹੀਂ ਹਾਲੇ ਕਵਰ ਹੈਗੀਆਂ। ਉਹਦੇ ਉੱਤੇ ਵੀ ਰਿਸਰਚ ਚੱਲਦੀ ਆ ਤਾਂ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਉਹਨਾਂ ਨੂੰ ਐਡ ਕਰ ਸਕੀਏ ਤਾਂ ਉਹਨਾਂ ਨੂੰ ਕਰ ਲਈਏ। ਕਿਉਂਕਿ ਜਿਹੜਾ ਕਿ ਵਨ ਸਾਈਜ਼ ਫਿਟਸ ਆਲ ਵਾਲੀ ਸਿਚੁਏਸ਼ਨ, ਕਿਉਂਕਿ ਇਲਾਜ ਜਿਹੜੇ ਆ ਦੁਨੀਆ ਦੇ ਵਿੱਚ ਉਹ ਚੱਲਦੇ ਉਹ ਕਾਮਯਾਬ ਹੈਗੇ ਆ, ਉਹ ਹਲੇ ਆਪਾਂ ਐਕਸੈਪਟ ਨਹੀਂ ਕੀਤੇ। ਉਹਦੇ ਉੱਤੇ ਰਿਸਰਚ ਕਰਨ ਦੀ ਲੋੜ ਆ, ਉਹਨਾਂ ਨਾਲ ਕੰਮ ਕਰਕੇ ਤਾਂ ਜਿਹੜਾ ਕੰਮ ਇੱਥੇ ਆਪਾਂ ਚੱਲ ਸਕਦਾ ਹੋਇਆ ਲੋਕਾਂ ਦੀ ਸੇਫਟੀ ਤੇ ਹੈਲਥ ਨੂੰ ਅੱਗੇ ਰੱਖ ਕੇ ਤੇ ਉਹਦੇ ਤੇ ਗਾਂਹ ਗੌਰ ਕੀਤਾ ਜਾ ਸਕਦਾ। ਥੈਂਕ ਯੂ ਜੀ। ਸੋ ਮਾਈ ਕੁਐਸਚਨ ਟੂ ਯੂ ਇਜ਼ ਕੀ ਸਮਾਲ ਬਿਜ਼ਨਸ ਹੈਗੇ ਨੇ ਕਿ ਉਹਨਾਂ ਨੂੰ, ਜੇ ਹੁਣ ਸਰੀ ਨਿਊਟਨ ਦੇ ਵਿੱਚ ਗੱਲ ਕਰੀਏ ਬਹੁਤ ਸਾਰੇ ਸਮਾਲ ਬਿਜ਼ਨਸ ਹੈਗੇ ਨੇ, ਉਹਨਾਂ ਦੀ ਸਪੋਰਟ ਲਈ BC ਲਿਬਰਲ ਪਾਰਟੀ ਹੈਗੀ ਉਹ ਕੀ ਕਰ ਰਹੀ ਹੈਗੀ, ਖਾਸ ਕਰਕੇ ਜੇ ਅਸੀਂ ਟੈਕਸੀ ਇੰਡਸਟਰੀ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਟਰੱਕਰਸ ਦੀ ਗੱਲ ਕਰ ਲਈਏ, ਉਹਨਾਂ ਦੇ ਲਈ ਕੀ ਕੁਝ ਕਰੇਗੀ ਜੇ ਲਿਬਰਲ ਪਾਰਟੀ ਅੱਗੇ ਆਉਂਦੀ ਹੈ ਤਾਂ? Well, that's funny because that's a great question because apparently we had a debate the other day and Harry Baines told me I don't have a job. I have a very successful small business, so I don't know if he doesn't respect small businesses, but I've built up my business brick by brick in the last 10 years. As you know, I'm very successful in the top 5% in the country. I also have a dozen advisors that work for me, so I've created jobs. So I know how important small business, especially in our community. If you come in our community, you know there's a lot of mom and pop shops, like plumbers, like, you know, they're all independent. They're not unionized. They're out there. We need to help them out. Plumbers, painters, drywallers, taxi industry, trucking industry. So one of the things that we're saying we're going to do, and you know, from my finance background, you know, I've had a finance background for 20 years now. Worked in private banking, worked for the banks, credit unions. So I understand finance, and if you eliminate the PST for the next year, you wanted to also talk about affordability. Affordability is, for housing, is you put more supply into the market, you're going to bring the prices down. So that needs to be building more houses. So it's not just going to benefit, but a lot of the people in our community are building those houses to live in. So if you do 0% on PST, that's about $19,000, almost $20,000. That's pretty much your roof on your house. But think about all the trades in our community that get to work because of that. I know Dilraj had mentioned it. He's in the building industry. He knows that, you know, we got to get everybody back to work. Actually, they're saying I talked to some of the trades guys. They said when I guess the HST was removed and PST came back, you know, they didn't want to pass that on to the consumer, so they end up eating some of that cost. So how does that help small businesses? And then we're also looking at eliminating that 2% small business tax, which is going to be able to companies to hire more employees and give, you know, better options to them. ਸੋ ਅਗਲਾ ਸਵਾਲ ਮੈਂ ਤੁਹਾਡੇ ਵਾਸਤੇ ਹੈ ਕਿ ਤੁਸੀਂ ਹੁਣੀ ਜ਼ਿਕਰ ਕਰ ਰਹੇ ਸੀ ਕਿ ਤੁਹਾਡੀ ਪਾਰਟੀ ਦਾ ਪਲੇਟਫਾਰਮ ਹੈ ਕਿ ਅਸੀਂ 4 ਦਿਨ ਦਾ ਵਰਕਿੰਗ ਵੀਕ ਕਰ ਦੇਣਾ ਚਾਹੁੰਦੇ ਹਾਂ, 4 ਡੇਜ਼। ਲੋਕ ਇਸ ਵਕਤ 7 ਦਿਨ ਕੰਮ ਕਰਕੇ ਵੀ ਕਈ ਵਾਰੀ ਆਪਣੇ ਆਪ ਨੂੰ ਅਫੋਰਡੇਬਿਲਟੀ ਸਮਝਦੇ ਨਹੀਂ ਕਿ ਸਾਡੀ ਅਫੋਰਡੇਬਿਲਟੀ ਹੈ। ਇਹ ਤੁਹਾਡਾ ਪਲਾਨ ਵਰਕਆਊਟ ਕਿਵੇਂ ਕਰੇਗਾ? ਕੋਈ ਤੁਹਾਡੇ ਕੋਲੇ ਪੁਖਤਾ ਪਲਾਨ ਹੈ ਜਿਹੜਾ ਲੋਕਾਂ ਨੂੰ ਦੱਸਿਆ ਜਾ ਸਕੇ ਕਿ 4 ਦਿਨ ਕੰਮ ਕਰੋ, ਤੁਸੀਂ ਕਿਸ਼ਤਾਂ ਤਾਰ ਸਕਦੇ ਹੋ? Very good question. Definitely, this is a problem with our society right now, and I will blame them this for the previous governments who was ruling here, because the most important expense for a family is the housing. This is a calculation that you have to spend only 30% on your housing.
and then the rest on your other household thing. But unfortunately, because of the uncontrolled policies of the previous governments, now a average household is spending maybe 60-70% of their income on the housing. So what we are talking beside the 4 days work week, affordability of the housing. So we will create some kind of plan where people can have the affordable houses. So that cost reduce, and then they can live with the 4 days work week. And this is not a new idea. In Europe, it has been tried. All the Scandinavian countries are trying, and they are living happily. In Japan, Microsoft tried this thing. They only did 4 days work, and their productions are almost double in this 4 weeks, because the people are happy. They are working with happily. I will ask your staff, you will be happy working 5 days or 4 days? The answer will be for maybe 2 days. Here you go. So the thing is that this is very much achievable. Only thing, we have to come out of the greed. The profit which goes to the big corporations, big profits, it has to go to the benefit of the people. And our government, if comes, they will be able to do Thank that. you. ਥੈਂਕ ਯੂ ਸੋ ਮਚ ਸੋ ਇਹ ਰਾਉਂਡ ਇੱਥੇ ਖਤਮ ਹੁੰਦਾ ਹੁਣ ਵੱਧਦੇ ਹਾਂ ਅਸੀਂ ਅਗਲੇ ਰਾਉਂਡ ਦੇ ਬਾਅਦ ਸੋ ਨੈਕਸਟ ਰਾਉਂਡ ਹੈਗਾ ਸਾਡਾ ਫੇਸ ਆਫ ਸੋ ਫੇਸ ਆਫ ਦੇ ਵਿੱਚ ਹਰ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰ ਤੋਂ ਇੱਕ ਸਵਾਲ ਪੁੱਛ ਸਕਦਾ ਹੈ ਪਰ ਤੁਹਾਨੂੰ ਇੱਕ ਪਾਰਟੀ ਦਾ ਉਮੀਦਵਾਰ ਚੁਣਨਾ ਹੋਵੇਗਾ ਸਿਰਫ ਇੱਕ ਹੀ ਕੁਐਸਚਨ ਤੁਸੀਂ ਪੁੱਛ ਸਕਦੇ ਹੈਗੇ ਹੋ ਸੋ ਤੁਹਾਨੂੰ 2 ਮਿੰਟ ਦਾ ਸਮਾਂ ਦਿੱਤਾ ਜਾਵੇਗਾ 2 ਮਿੰਟ ਦੇ ਵਿੱਚ ਤੁਸੀਂ ਆਪਣਾ ਸਵਾਲ ਜਿਹੜਾ ਹੈ ਉਹ ਦਾ ਜਿਹੜਾ ਜਵਾਬ ਹੈ ਉਹ ਦੇ ਸਕਦੇ ਹੋ ਤੇ ਨਾਲ ਇਹਦੇ ਵਿੱਚ ਇੱਕ ਕੰਡੀਸ਼ਨ ਵੀ ਹੈਗੀ ਹੈ ਕਿ ਜਦੋਂ ਤੁਹਾਡੇ ਸਵਾਲ ਦਾ ਕੋਈ ਦੂਜਾ ਉਮੀਦਵਾਰ ਜਵਾਬ ਦੇ ਰਿਹਾ ਹੋਊਗਾ ਤਾਂ ਤੁਸੀਂ ਉਸ ਦੇ ਵਿੱਚ ਇੰਟਰਪਟ ਨਹੀਂ ਕਰ ਸਕਦੇ ਉਹਨਾਂ ਦੀ ਗੱਲ ਨੂੰ ਕੱਟ ਨਹੀਂ ਸਕਦੇ ਸੋ ਇਹ ਰਾਉਂਡ ਸ਼ੁਰੂਆਤ ਕਰਦੇ ਹਾਂ ਅਸੀਂ ਮਿਸਟਰ ਬੇਂਸ ਤੋਂ ਮਿਸਟਰ ਬੇਂਸ ਤੁਸੀਂ ਕਿਸ ਉਮੀਦਵਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਹੋ ਮੈਂ ਆਈ ਥਿੰਕ ਪਾਲ ਉਹਨਾਂ ਦਾ ਪੁੱਛਦਾ ਸਵਾਲ ਜੀ ਬਿਲਕੁਲ ਮੈਂ ਫੋਰੈਸਟ ਇੰਡਸਟਰੀ ਦੇ ਵਿੱਚੋਂ ਨਿਕਲਿਆ ਫੋਰੈਸਟ ਇੰਡਸਟਰੀ ਨੇ BC ਨੂੰ ਬਿਲਡ ਕੀਤਾ 150 ਇਅਰਸ ਤੋਂ ਤੇ ਜੋ ਅੱਜ ਆਪਾਂ ਜੇ ਦੇਖਦੇ ਪ੍ਰਫੁੱਲਤਾ ਆਪਣੀ ਸੁਸਾਇਟੀ ਵਿੱਚ ਸਾਡੀ ਖਾਸ ਸਾਡੀ ਸਾਊਥ ਈਸਟ ਕਮਿਊਨਿਟੀ ਦੇ ਵਿੱਚ ਮਿਲਾਂ 'ਚ ਕੰਮ ਕਰਕੇ ਉਹਨਾਂ ਨੇ ਘਰ ਬਣਾਏ ਤੇ ਇੱਥੇ ਤੱਕ ਪਹੁੰਚੇ ਉਹ ਪਿਛਲੇ 16 ਸਾਲ ਦੇ ਵਿੱਚ ਜਦੋਂ ਲਿਬਰਲ ਸਰਕਾਰ ਸੀਗੀ 150 ਤੋਂ ਵੱਧ ਮਿਲਾਂ ਬੰਦ ਹੋ ਗਈਆਂ 35,000 ਤੋਂ ਵੱਧ ਫੋਰੈਸਟਰੀ ਵਰਕਰ ਲੇਅਰ ਆਫ ਹੋ ਗਏ ਔਰ ਲੌਗ ਐਕਸਪੋਰਟ ਸਭ ਤੋਂ ਜ਼ਿਆਦਾ ਹੋਈ ਆ ਇਸ ਸਮੇਂ ਦੇ ਵਿੱਚ 1 ਸਾਲ ਦੇ ਵਿੱਚ 7.5 ਮਿਲੀਅਨ ਕਿਊਬਿਕ ਮੀਟਰ ਲੌਗਸ ਐਕਸਪੋਰਟ ਹੋਏ ਸਭ ਤੋਂ ਰੈਕਰਡ ਆ ਇਹ ਉਹ ਤੁਸੀਂ ਜੇ ਸਾਰਿਆਂ ਨੇ ਦੇਖਣਾ ਹੋਵੇ 7.5 ਮਿਲੀਅਨ ਕਿੰਨੀ ਹੁੰਦੀ ਆ ਉਹਦੇ ਨਾਲ ਤੁਸੀਂ ਘੱਟ ਤੋਂ ਘੱਟ 10 ਮਿਲਾਂ 2 ਸ਼ਿਫਟਾਂ 1 ਸਾਲ ਚਲਾ ਸਕਦੇ ਹੋ 200 ਤੋਂ ਘੱਟ ਵਰਕਰ ਉਹਦੇ ਵਿੱਚ ਕੰਮ ਕਰ ਸਕਦਾ ਔਰ ਉਹ ਲੌਗ ਐਕਸਪੋਰਟ ਹੋ ਰਹੀ ਸੀ ਸਾਡੀਆਂ ਲੋਕਲ ਮਿਲਾਂ ਜਿਹੜੀਆਂ ਮੀਡੀਅਮ ਤੇ ਸਮਾਲ ਸਾਈਜ਼ ਮਿਲਾਂ ਸੀਗੀਆਂ ਉਹਨਾਂ ਨੂੰ ਲੌਗ ਨਹੀਂ ਸੀ ਮਿਲ ਰਹੀ ਔਰ ਉਹ ਫੁੱਲ ਕਪੈਸਿਟੀ ਦੇ ਕੰਮ ਨਹੀਂ ਸੀ ਕਰ ਸਕਦੇ ਔਰ ਉਹਨਾਂ ਨੂੰ ਬੰਦੇ ਲੇ ਆਫ ਕਰਨੇ ਪਏ ਸੋ ਮੇਰਾ ਕੁਐਸਚਨ ਪੌਲ ਨੂੰ ਇਹ ਹੈਗਾ ਕਿ ਤੁਸੀਂ ਇਹ ਪਾਰਟੀ ਨੂੰ ਸੋਚ ਸਮਝ ਕੇ ਰਿਸਰਚ ਕਰਕੇ ਉਹਦੇ ਬੈਨਰ ਥੱਲੇ ਤੁਸੀਂ ਆਏ ਹੋ ਇਸ ਪਾਰਟੀ ਦਾ ਫੋਰੈਸਟ ਇੰਡਸਟਰੀ ਬਾਰੇ ਇਹ ਰਿਕਾਰਡ ਆ ਉਹ ਮਿਲਾਂ ਜਿਹੜੀਆਂ ਆ ਉਹ ਕੰਮ ਨਹੀਂ ਸੀ ਕਰਦੀਆਂ ਕਿਉਂਕਿ ਲੌਗ ਐਕਸਪੋਰਟ ਇੰਨੀ ਹੋ ਰਹੀ ਸੀ ਤੁਸੀਂ ਦੱਸੋ ਵੀ ਤੁਹਾਡਾ ਲੌਗ ਐਕਸਪੋਰਟ ਜਿਹੜੀ BC ਦੇ ਵਿੱਚੋਂ ਇੰਨੀ ਲੌਗ ਹੋ ਰਹੀ ਆ ਉਹਦੇ ਬਾਰੇ ਕੀ ਖਿਆਲ ਆ ਤਾਂ ਕੀ ਕਰਨਾ ਚਾਹੋਗੇ ਤੁਸੀਂ ਜੀ Thank you for the question. ਉਹਨਾਂ ਦਾ ਕੁਐਸਚਨ ਤੁਹਾਨੂੰ ਪੁੱਟ ਕੀਤਾ ਗਿਆ ਹੈ ਤੇ ਤੁਸੀਂ ਜਵਾਬ ਦਿਓ Haji, thank you. That was a great question. So, I know that the lumber industry and the mills are a big part of the BC economy. It's, unfortunately, a lot of the mills have shut down, but over the past years, we have, the federal government has been in talks with the US about, the softwood lumber and that, but it was actually Ravi Kalan, who's in charge of the forestry, was saying that there's too many mills. So we need to actually shut down some more mills. But I think we need to, Andrew Wilkinson already said it, that we are going to help the forest, the industry. So I don't want to keep talking about the past. I know Harry Baines loves to talk about the past. If he wants to, we can talk about the 1990s when they were in charge and how the whole economy just went to, you can look at how their honesty. They want to talk about my party, the Liberals. You want to talk about the budget?
that you're just making up numbers for your budget just to get elected. So I can hit Google and I can research that. But let's talk about moving forward and how we're going to help these economies, help our economy move forward. We're all in COVID. Everybody knows all the Western countries are going to be having some deficit spending. So we definitely have some plans. We want to, promote safe natural resource of our economy, LNG. So we are on board. So I am part of my party, and I understand their platform. I'm a young new face. I will be doing my research into it once I become MLA, and I will help the forest industry and any other resource industry in British Columbia move forward and be a voice for my community. Thank you. The question was your position on log export. ਤੁਸੀਂ 15 ਸੈਕਿੰਡ ਦਾ ਤੁਹਾਨੂੰ ਸਮਾਂ ਹੋਰ ਦਿੱਤਾ ਜਾ ਸਕਦਾ ਹੈ ਜੇ ਤੁਸੀਂ ਉਹਨਾਂ ਦੇ ਕੁਐਸਚਨ ਦਾ ਪ੍ਰੋਪਰ ਆਨਸਰ ਕਰਨਾ ਚਾਹੁੰਦੇ ਹੋ I think I answered it properly. Every time I ask Harry Baines a question, he seems to work around the question. ਥੈਂਕ ਯੂ So ਸੋ I'm ਹੁਣ good. ਅਗਲਾ It's your turn now. You can ask a question to any candidate. I'm going to ask my question to Harry Baines. Sure. I'm going to ask it very simple, so you don't have wiggle room to work around. You've been the MLA and now the minister for the last 3 years. So you've been Surrey Newton for 15 years. Can you tell me, I think this is pretty relevant, every 5 years. So tell me 3 projects that you've approached the federal government to bring into Surrey to help the residents of Surrey Newton. Simple. Thank you. I think, our role as a government, my role as a minister, is to do things. We have jurisdiction over a number of things. I can tell you what we have done here in Surrey. It's not about me alone. It's about a teamwork. We have a strong contingent of NDP MLAs in Surrey. Together, what we have done, 2 urgent care centers opened right in Surrey. 18 schools are being built right now. You can go there and take a look. SkyTrain is being built. Childcare, 2,300 spaces, including one at the Khalsa, is being built. New medical school is being announced for future. South Asian Heritage Museum is announced, is going to get built. I mean, list is a long one. What we as New Democrat and I as a part of the New Democrat team of MLAs in Surrey have done. And when you compare those 3 years to the previous 16 years, we're miles ahead. There's a lot more need to be done. Had they done all those things in 16 years, we would have children in real classroom. We would have a new hospital. We would have an urgent care center. We would have SkyTrain right now operating. So those are the things that we are now picking up, the mess that was left behind for 16 years, because we are making Surrey a priority. They neglected Surrey for 16 years. Thank you so much. So, Mr. Syed, you can ask a question to any candidate. Yeah, I will ask a question to Paul. Okay. Sure. That's great, actually. Thank you. I want to excuse my friend. Bring it on. Sure. Yes. Appreciate it. Paul, Andrew Wilkinson announced that if they are in the power, they will eliminate the ICBC, ख़त्म कर देंगे. 2001 में जड़ा दूसरा प्रीमियर से मैं नाम बोल रहा हूँ, Gordon Campbell, इलेक्शन से पहले he announced the same thing in 2001 कि जिस वेले वो आएंगे पावर में ICBC ख़त्म करके उसको प्राइवेटाइज कर देंगे. ਹੁਣ 19 ਸਾਲ ਗੁਜ਼ਰ ਗਏ ਤੇ ਹੁਣ ICBC ਚੱਲ ਰਹੀ ਹੈ ਉਸੇ ਤਰ੍ਹਾਂ ਉਹ ਸਾਨੂੰ ਸਕਰੂ ਅਪ ਕਰ ਰਹੀ ਹੈ. तो ਤੁਹਾਡਾ ਕੀ ਹੋਣਾ ਹੈ? ਦੂਜਾ ਮੇਰਾ ਕੁਐਸਚਨ ਇਹ ਹੈ, ਉਹਦਾ ਉਹ ਇੱਕ ਹੀ ਕੁਐਸਚਨ ਦਾ ਪਾਰਟ ਹੈ, ਉਹ ਪਾਰਟ ਇਹ ਹੈ ਕਿ ਜਿਹੜਾ NDP ਸਰਕਾਰ ਨੇ ਪਹਿਲੇ ਜਿਹੜਾ ਇੱਕ ਲੈਂਡ ਖਰੀਦੀ ਸੀ ਹਸਪੀਟਲ ਦੀ, ਇੱਕ ਹੀ ਚੰਗਾ ਕੰਮ ਕੀਤਾ ਸੀ ਉਸ ਵੇਲੇ ਉਹਨਾਂ ਨੇ कि लैंड खरीदी सी. So sorry, one question. This is only one question. Yes. ICBC ਦੇ ਕੁਐਸਚਨ ਦਾ ਜਵਾਬ ਦਿਓ. Yeah, thank you. Okay. Thank you for that question. I think if we got rid of ICBC, I think my sister would be really mad at me because she works for ICBC. So that is not our position. So just want to clarify that what Andrew's saying is that we want to bring competition in. ICBC isn't going anywhere. So we will give the public more of a choice, bring in some competition, so they can still choose the traditional or the either traditional system that we want to bring in some competition, or the ICBC no-fault system. So we're not talking about eliminating. We think bringing in the competition will be healthy. It will
you look at, I'm going out there knocking on doors. A lot of the parents are concerned about their kids that are going to university. It's tough enough right now paying for education, and then on top of that, when they add their kid to their ICBC, their rates just skyrocket. So you got, and even if they're buying a car, you get a $3,000, $4,000, $5,000 first car to get to school. You're paying $5,000, $6,000, $7,000 in insurance. So how is that helping? I mean, simple solution which I think we should be able to put together. I know we're spending millions of dollars on an unnecessary election, so maybe I'll come back to the NDP is, why can't we just put a bus in for our kids? We have the Newton Exchange that goes directly to SFU, directly to UBC, without them having to wait around. If we're so worried about our kids' education and moving forward in this province, why can't we just do something simple? I think they need to think out of the box. I think none of the ideas they have are new. I mean, I've heard, NDP, no damn plan. I heard that at a door the other day, so I thought it was quite funny. But like simple solutions, I think if we get together with the city, with the federal government, like I said, Harry Bays didn't answer my question about what has he done with the federal government. I plan on talking to the federal government, talking to the city, and working with them, no matter what party it is. Thank you. ਸੋ ਫੇਸ ਆਫ ਰਾਉਂਡ ਦੀ ਇੱਥੇ ਸਮਾਪਤੀ ਹੈ। ਅਗਲਾ ਰਾਉਂਡ ਤਿੰਨਾਂ ਵਾਸਤੇ ਇੱਕ ਸਾਂਝਾ ਕੁਐਸਚਨ ਆ, ਕਾਮਨ ਕੁਐਸਚਨ ਹੋਏਗਾ ਤੇ ਤਿੰਨਾਂ ਨੇ ਉਸ ਦਾ ਜਵਾਬ ਦੇਣਾ ਤੇ ਇਹ ਹੈ ਤੇ ਉਹਦੇ ਵਾਸਤੇ ਤੁਹਾਨੂੰ ਸਿਰਫ 1 ਮਿੰਟ ਦਾ ਟਾਈਮ ਫਰੇਮ ਮਿਲਣਾ ਹੈ। ਬੈਂਸ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਜੇਕਰ ਦੁਬਾਰਾ ਤੁਸੀਂ ਚੁਣੇ ਜਾਂਦੇ ਹੋ ਸਰੀ ਨਿਊਟਨ ਹਲਕੇ ਦੇ ਉਹ ਕਿਹੜੇ 5 ਕੰਮ ਨੇ ਜਿਹੜੇ ਤੁਸੀਂ ਕਰਨੇ ਚਾਹੁੰਦੇ ਹੋ? ਸਰੀ ਦਾ ਜਿਹੜਾ ਹਸਪਤਾਲ ਆ ਉਹ ਜ਼ਰੂਰੀ ਬਣਾਉਣਾ ਪੈਣਾ ਕਿਉਂਕਿ ਉਹਦੀ ਲੋੜ ਆ। ਫਿਰ ਤੁਸੀਂ ਲਓ ਕਿ ਜਿਹੜੀ ਸਕਾਈ ਟ੍ਰੇਨ ਹੈਗੀ ਆ ਇਸ ਵੇਲੇ ਲੈਂਗਲੀ ਨੂੰ ਜਾ ਰਹੀ ਆ, ਕਿੰਗ ਜੋਰਜ ਦੇ ਉੱਤੇ ਉਹਨੂੰ ਐਕਸਟੈਂਸ਼ਨ ਦੀ ਵੀ ਲੋੜ ਹੈਗੀ ਆ। ਸਾਡੇ ਜਿਹੜੇ ਸਕੂਲ ਹੈਗੇ ਆ ਬਣ ਰਹੇ ਆ, ਹੋਰ ਬਣਨ ਦੀ ਲੋੜ ਹੈ ਕਿਉਂਕਿ ਸਰੀ ਰੁਕ ਨਹੀਂ ਰਹੀ। ਸਰੀ ਨੇ ਹਾਲੇ ਹੋਰ ਵੀ ਅੱਗੇ ਵਧਣਾ। ਇਹ ਲਾਰਜੈਸਟ ਸਾਡੀ ਜਿਹੜੀ ਹੈਗੀ ਆ ਸਿਟੀ ਹੋ ਜਾਣਾ ਆਪਣੇ, ਅਤੇ ਇਹਦੇ ਵਿੱਚ ਹੋਰ ਸਕੂਲਾਂ ਦੀ ਲੋੜ ਆ। ਅੱਜ ਦੇ ਜਿਹੜੇ ਪੋਰਟੇਬਲਸ ਨੂੰ ਖਤਮ ਕਰਨ ਲਈ ਨਹੀਂ, ਆਉਣ ਵਾਲੀ ਜਿਹੜੀ ਪਾਪੂਲੇਸ਼ਨ ਗਰੋ ਕਰਨ ਵਾਸਤੇ। ਅਤੇ ਜਿਹੜਾ ਨਵਾਂ ਅਸੀਂ ਕਿਹਾ ਮੈਡੀਕਲ ਸਕੂਲ ਆ ਉਹਦੀ ਬਹੁਤੀ ਜ਼ਿਆਦਾ ਲੋੜ ਆ। ਸਾਨੂੰ ਡਾਕਟਰਾਂ ਦੀ ਘਾਟ ਇੱਥੇ, ਨਰਸਿਸ ਦੀ ਘਾਟ ਹੈਗੀ ਆ। ਅਤੇ ਜਿਹੜੇ ਸਾਡੇ ਫੋਰਨ ਕ੍ਰੈਡੈਂਸ਼ੀਅਲਸ ਆ, ਫੋਰਨ ਜਿਹੜੇ ਟ੍ਰੇਨ ਪ੍ਰੋਫੈਸ਼ਨਲ ਆਏ ਹੋਏ ਇੱਥੇ, ਉਹਨਾਂ ਨੂੰ ਅਸੀਂ ਵਾਅਦਾ ਕਰਕੇ ਲਿਆਏ ਹਾਂ। ਸਾਰੀ ਸਰਕਾਰ ਲੈ ਕੇ ਆਉਂਦੀ ਤੁਹਾਡੀ ਸਕਿੱਲਸ ਦੀ ਇੱਥੇ ਲੋੜ ਆ। ਜਦੋਂ ਇੱਥੇ ਆ ਜਾਂਦੇ ਏਅਰਪੋਰਟ 'ਤੇ ਕਹਿੰਦੇ ਤੁਹਾਡੇ ਜਿਹੜੇ ਕ੍ਰੈਡੈਂਸ਼ੀਅਲਸ ਆ ਇਹਨਾਂ ਦਾ ਮਤਲਬ ਕੋਈ ਨਹੀਂ। ਉਹਨਾਂ ਨੂੰ ਅਪਰੂਵ ਕਰਨ ਦੀ ਲੋੜ ਹੈਗੀ ਆ। ਜਿਹੜੇ ਸਾਡੇ ਲੋਕਲ ਇਸ ਵੇਲੇ ਬੱਚੇ ਬਾਹਰ ਪੜ੍ਹਨ ਜਾਂਦੇ ਆ ਮੈਡੀਕਲ ਵਾਸਤੇ, ਉਹ ਇੱਥੇ ਉਹਨਾਂ ਨੂੰ ਮੈਡੀਕਲ ਮਿਲੇ, ਉਹਨਾਂ ਨੂੰ ਰੈਜ਼ੀਡੈਂਸੀ 'ਤੇ ਮਿਲੇ ਤਾਂ ਇੱਥੇ ਉਹ ਕੰਮ ਕਰ ਸਕਣਗੇ। Thank you so much. So, Paul. Yeah, same question? Same Okay. question, yes. One of the things, like I said, I wanted to, a new face, fresh face, I want to come in with new ideas for our community. One thing I'd like to try to do is work with the federal government, work with the city of Surrey, and turn Newton, where we have our new wave pool and gym there, that area with the rink, I'd like to be able to talk to them about saying how we can, I've done a lot of traveling, and I've seen that there's community centers. And so bring it in with a hub. There could be shops there, entertainment. So I want to see how we can work together with the city there. Second is definitely build the hospital. We've built every hospital. The NDP hasn't built 0 hospitals. We're going to build the bridge. So the bridge is going to go, so there will be less congestion, 10-lane bridge there. Daycares. So we're going to put those positions in. They're repeating the same promises that they kept doing since the last election. They haven't created daycares. I think 24,000 they were saying they've created, less than 3,000. I think me as a business owner, I've created more spaces for my clients that are in child care. Thank you. Time up. Thank you. First of all, Surrey is supposed to be a affordable city. People were living here, low income families, young families, they were able to live affordably here. Unfortunately, it's not happening, so we will build purpose-built houses which will produce the affordable housing for the people here. Then we will concentrate on the crime. The crime is increasing big time here, so with the local government, municipal government and the provincial government, we will make some kind of plan so they can reduce those crime rate. Then we will do something for the seniors, because our seniors need a lot of attention. They need better care, they need better place to live, so we will work on them. Then we will work on the environment.
that will try to reduce the emission from ਥੈਂਕ the ਯੂ ਸੋ city. ਮਚ। ਸੋ ਇਹ ਰਾਉਂਡ ਇੱਥੇ ਸਮਾਪਤ ਹੁੰਦਾ। ਹੁਣ ਨੈਕਸਟ ਰਾਉਂਡ ਵੱਲ ਵੱਧਦੇ ਹੈਗੇ ਆ, ਜਿਹੜਾ ਕਿ ਲਾਸਟ ਰਾਉਂਡ ਹੈਗਾ, ਆਖਰੀ ਰਾਉਂਡ ਹੈਗਾ। ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ 2 ਮਿੰਟ ਦਾ ਸਮਾਂ ਮਿਲੂਗਾ ਕਲੋਜ਼ਿੰਗ ਰਿਮਾਰਕਸ ਦੇਣ ਦਾ, ਵੋਟਰਸ ਨੂੰ ਅਪੀਲ ਕਰਨ ਦਾ, ਵੋਟਰਸ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ। ਸੋ ਅਸੀਂ ਸ਼ੁਰੂਆਤ ਕਰਾਂਗੇ ਮਿਸਟਰ ਬੇਂਸ ਤੋਂ। ਥੈਂਕ ਯੂ ਵੈਰੀ ਮਚ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ, ਮੈਨੂੰ ਪਿੱਛੇ ਸਪੋਰਟ ਦਿੱਤੀ ਆ, ਇੰਨਾ ਕਾਨਫੀਡੈਂਸ ਸ਼ੋ ਕੀਤਾ ਤੁਸੀਂ, ਔਰ ਤੁਹਾਡੀ ਸਪੋਰਟ ਨਾਲ ਅਸੀਂ ਇੰਨਾ ਕੁਝ ਕਰ ਸਕੇ ਹਾਂ। ਸਰੀ ਨੂੰ ਪਹਿਲ ਦੇ ਚੁੱਕੇ ਹਾਂ ਅਸੀਂ, ਆਪਣੇ ਟੋਲ ਖਤਮ ਹੋ ਗਏ, MSP ਪ੍ਰੀਮੀਅਮਸ ਖਤਮ ਹੋ ਗਈਆਂ, ਨਵਾਂ ਹਸਪਤਾਲ ਬਣਨ ਦੀ ਤਿਆਰੀ ਸ਼ੁਰੂ ਹੋ ਗਈ ਆ, ਅਤੇ ਅਸੀਂ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਬਣਾਉਣਾ, ਨਵਾਂ ਜਿਹੜਾ ਆਪਣਾ ਮੈਡੀਕਲ ਸਕੂਲ ਬਣਾਉਣਾ, ਤਾਂ ਕਿ ਸਾਡੇ ਬੱਚੇ ਇੱਥੇ ਹੀ ਡਾਕਟਰ ਜੇ ਬਣਨਾ ਚਾਹੁੰਦੇ, ਨਰਸ ਬਣਨਾ ਚਾਹੁੰਦੇ, ਉਹਨਾਂ ਨੂੰ ਐਜੂਕੇਸ਼ਨ ਮਿਲ ਸਕੇ, ਇੱਥੇ ਵੀ ਸਰਵਿਸ ਕਰ ਸਕਣ ਉਹ। ਇਹ ਸਾਰਾ ਕੁਝ ਤੁਹਾਡੀ ਸਪੋਰਟ ਨਾਲ ਹੋਇਆ। ਔਰ ਵੱਡੀ ਗੱਲ ਜਿਹੜੀ ਹੈਗੀ ਆ, ਡੈਮੋਕ੍ਰੇਸੀ ਤਾਂ ਹੀ ਚੱਲਦੀ ਆ ਜੇ ਅਸੀਂ ਸਾਰੇ ਪਾਰਟਿਸਿਪੇਟ ਕਰੀਏ। 40 ਸਾਲ ਸਾਡੇ ਬਜ਼ੁਰਗਾਂ ਨੇ ਘਾਲਣਾ ਘਾਲੀ, ਬਹੁਤ ਜ਼ਿਆਦਾ ਮਿਹਨਤ ਕੀਤੀ, ਔਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਕਿ ਸਾਨੂੰ ਇਹੋ ਜਿਹਾ ਬ੍ਰਿਟਿਸ਼ ਕੋਲੰਬੀਆ ਮਿਲੇ, ਜਿੱਥੇ ਬਰਾਬਰ ਦਾ ਹੱਕ ਹੋਵੇ, ਜਿੱਥੇ ਸਾਨੂੰ ਵੋਟ ਪਾਉਣ ਦਾ ਹੱਕ ਹੋਵੇ, ਕਿਉਂਕਿ 40 ਸਾਲ ਸਾਡੇ ਕੋਲ ਵੋਟ ਪਾਉਣ ਦਾ ਹੱਕ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿੱਚ ਖੋਇਆ ਗਿਆ ਸੀਗਾ। ਦੋਨਾਂ ਪਾਰਟੀਆਂ ਨੇ, ਲਿਬਰਲ ਤੇ ਕੰਜ਼ਰਵੇਟਿਵ ਨੇ, ਯੂਨੈਨਿਮਸ ਵੋਟ ਪਾ ਕੇ ਉਹਦੇ ਵਿੱਚ ਸਾਨੂੰ ਉਹ ਹੱਕ ਹੋਇਆ ਸੀ। 40 ਸਾਲ ਬਾਅਦ ਸਾਨੂੰ ਉਹ ਹੱਕ ਮਿਲਿਆ। ਅੱਜ ਵੋਟ ਜ਼ਰੂਰ ਪਾਓ, ਕਿਉਂਕਿ ਉਹਨਾਂ ਦੀ ਕੁਰਬਾਨੀ ਨੂੰ ਜੇ ਆਪਾਂ ਟਰੂ ਸ਼ਰਧਾਂਜਲੀ ਦੇਣੀ ਤਾਂ ਅਸੀਂ ਵੋਟ ਜ਼ਰੂਰ ਪਾਈਏ ਜਾ ਕੇ। ਪਰ ਪਤਾ ਕਰ ਲਓ ਪਿੱਛੇ ਤੱਕ ਜਿਹੜੀ ਪਾਰਟੀ ਨੇ ਕੀ ਕੁਛ ਕੀਤਾ। ਇਹ ਨਾ ਸੁਣੋ ਕਿ ਕੀ ਕੁਛ ਕਹਿੰਦੇ ਆ, ਵਾਅਦੇ ਤਾਂ ਬਾਕੀ ਸਾਰੇ ਕਰਦੇ ਆ, ਸਾਰੇ ਵਧੀਆ ਲੱਗਦੇ ਆ, ਪਰ ਪਿੱਛੇ ਦੇਖ ਲਓ ਕੀ ਉਹਨਾਂ ਨੇ ਕੁਛ ਕੀਤਾ। ਸਰੀ ਨੂੰ ਇਗਨੋਰ ਕਿਹਨੇ ਕੀਤਾ? ਪਿਛਲੇ 3 ਸਾਲ ਦੇ ਵਿੱਚ ਸਾਡੀ ਸਰਕਾਰ ਬਣੀ ਆ, ਜੋ ਕੁਛ ਕਿਹਾ ਅਸੀਂ ਕੀਤਾ, ਜਿਹੜਾ ਵਾਅਦਾ ਕੀਤਾ ਉਹ ਪੂਰਾ ਕੀਤਾ। ਇੰਡੀਪੈਂਡੈਂਟ ਜਿਹੜੇ ਸਾਰੇ ਅਨਾਊਂਸਮੈਂਟ ਹੁੰਦੀਆਂ CBC ਦੇ ਜਿਹੜੇ ਬਾਹਰੋਂ, ਉਹ ਕਹਿੰਦੇ 80% ਵਾਅਦੇ ਜਿਹੜੇ ਸਾਡੇ NDP ਨੇ ਕੀਤੇ ਅਸੀਂ ਉਹ ਪੂਰੇ ਕੀਤੇ। ਸਰੀ 'ਚ ਖਾਸ ਤੌਰ 'ਤੇ ਸਾਰੇ ਪੂਰੇ ਹੋਏ ਆ। ਸੋ ਇਸ ਕਰਕੇ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਆ। 15 ਤਰੀਕ ਤੋਂ 21 ਤਰੀਕ ਦਾ ਐਡਵਾਂਸ ਪੋਲਿੰਗ ਹੋਏਗੀ। ਵੋਟ ਜ਼ਰੂਰ ਪਾ ਕੇ ਆਓ ਤਾਂ ਕਿ ਤੁਸੀਂ ਆਪਣੇ ਹੱਕ ਦਾ ਜਿਹੜਾ ਹੈਗਾ ਉਹ ਪੂਰਾ ਉਹਨੂੰ ਤੁਸੀਂ ਪਾਰਟਿਸਿਪੇਟ ਕਰੋ, ਤਾਂ ਕਿ ਅਸੀਂ ਡੈਮੋਕ੍ਰੇਸੀ ਨੂੰ ਚੱਲਦੇ ਰੱਖੀਏ। ਥੈਂਕ ਯੂ ਸੋ ਮਚ। ਸੋ you have 2 minutes now. Thank you very much. So what I want to say is that, we have been ignored in Surrey Newton. I think the NDP just thinks that we're going to give them their vote. As you can see, in the last 15 years, we haven't been moving forward. We've been moving backwards. That is one of the main reasons I stepped forward, is because I want to help, the next generation. I want to do something positive for my children. I want to make a safe environment for them to grow up, just as I did with my family, in the same neighborhood, in the same house. I've been there for 30 years and I don't plan on moving. So I want to improve the neighborhood and get the community back together again and improve safety for the children. Everybody has to get out and their vote. The thing is, I'm not saying just to vote for me. I'm saying vote for our entire team. We have a very diverse background. You heard Dilraj, you heard, Gary Tind, you got Dr. Gulzar, I got a finance background, you got Jet Center. We have a great team, and I think we can move not only Surrey and North Delta all forward. We can, build the bridges, build the hospitals, and build a future for our community, and be proud of saying that we live in Surrey Newton once again. Thank you so much. You have 2 minutes now. मैं अपने वोटर्स से कहना चाहता हूँ कि पिछले 20-30 साल के दरमियान आपने 2 स्टेटस को गवर्नमेंट देखी है। उसमें आपने लिबरल की गवर्नमेंट भी देखी है, NDP की गवर्नमेंट भी देखी है, और उन्होंने जो कुछ किया वो भी आपके सामने है, उनकी ब्रोकन प्रॉमिसेस। लेकिन नाउ इज़ द टाइम टू चेंज। ग्रीन पार्टी वो अल्टरनेटिव है जो आपको रियल डेमोक्रेसी प्रोवाइड कर सकती है एंड रियल डेवलपमेंट प्रोवाइड कर सकती है। ग्रीन पार्टी ए प्रो पीपल पार्टी है, वो लोगों को पहले रखते हैं, उसके बाद इस ज़मीन को रखते हैं, उसके बाद इन्वायरमेंट को रखते हैं। तो ये आपको अब देखना है कि क्या आप उन्हीं ब्रोकन प्रोमिसेस पर जाना चाहते हैं। एक गवर्नमेंट जो है ना अस्पताल के लिए ज़मीन खरीदती है, दूसरी उसको बेच के प्लाजे बना देती है, फिर ज़मीन खरीदी जाती है, अब आगे फ्यूचर क्या होना है वी डोंट नो। सो इन ब्रोकन प्रोमिसेस को देखना है आपने, या आपने अपने बच्चों का फ्यूचर देखना है। हमने इस ज़मीन को पोल्यूट कर दिया है। ज़मीन जो हमारी माँ है, मदरलैंड है, इसको हम पोल्यूट कर रहे हैं, इसका किसी को ख्याल नहीं है। वी आर पुटिंग द केमिकल्स इन द लैंड, वी पुटिंग ऑयल इन द लैंड,
वी आर पोल्यूटिंग द इन्वायरमेंट, हम अपनी हवा को कार्बन से भर रहे हैं, हम अपने बच्चों का फ्यूचर चोक कर रहे हैं कि हम उनको इतनी बुरी इन्वायरमेंट देकर जाएं। तो ग्रीन पार्टी इज द पार्टी। ग्रीन पार्टी ने बहुत अच्छे प्रोग्राम अनाउंस किए हैं। $1 billion दे आर गोइंग टू पुट टूवर्ड्स द हेल्थ केयर। MSP में उन्होंने मेडिकल में उन्होंने मेंटल हेल्थ केयर को डाल दिया है। 500,000 दे आर गोइंग टूवर्ड्स द रेंटर्स। 300,000 they are giving towards the small businesses. They are allowing the 4 days work week, so people can live and work happily. So, Thank you so much. Thank you, Mr. Syed. Thank you, Mr. Bains, and thank you, Mr. Bopara. ਸੋ ਇਸ ਦੇ ਨਾਲ ਹੀ ਅੱਜ ਦੇ ਇਸ ਡਿਬੇਟ ਦੀ ਇੱਥੇ ਹੀ ਸਮਾਪਤੀ ਹੋਣ ਜਾ ਰਹੀ ਹੈ। ਪਰ ਸਾਂਝਾ ਟੀਵੀ ਤੋਂ ਕੱਲ ਸਰੀ ਦੀਆਂ ਹੋਰ ਕੁਝ ਕਨਸਟੀਚੁਐਂਸੀਜ਼ ਦੇ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਲ ਇਸੇ ਮੰਚ ਤੋਂ ਇਸੇ ਸਮੇਂ ਤੇ ਫਿਰ ਗੱਲਬਾਤ ਹੋਏਗੀ। ਸੋ ਅੱਜ ਸਾਰੀ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਦਾ ਸਾਂਝਾ ਟੀਵੀ ਵੱਲੋਂ ਇੱਕ ਵਾਰ ਦਿਲੋਂ ਧੰਨਵਾਦ। ਕੱਲ ਫਿਰ ਮਿਲਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ। ਰੱਬ ਰਾਖਾ। Thank you.